ढूंढौत बंधन अनक बार, सर्ब कला समरथ। डोलन ते राखो प्रभु, नानक दे कर हथ। श्लोक। लाल गोपाल गोविंद प्रभ, गहर गंभीर अथा। दूसर नाही अवर को, नानक बेपरवा। पौड़ी। लला ताकै लवे न को, एकै आप अवर न को। लला ताकै लवे न को, एकै आप अवर न को। होवनहार होत सद आया, उहाँ का अंत न काहू पाया। कीट हस्त में पूर समाने, प्रगट पुरख सब ठाऊ जाने। जाको दीने हर रस अपना, नानक गुरमुख हर हर तह जपना। जाको दीनो हर रस अपना, नानक गुरमुख हर हर तह जपना। वाहिगुरु जी का खालसा, वाहिगुरु जी की फतेह। अति सन्मान सत्कार जोग, जुग हो जुग अटल, चबर छत्र तख्त दे मालक। हजूर सतगुरु धन धन श्री गुरु ग्रंथ साहिब महाराज, जिन्हां दी अजीम मुकद्दस रहमत सदका संध्या वेले दा पावन दरबार हजूर सतगुरु दे सजिया है। गुरु जी दी नितनेम हजूर होए हन। उपरंत अरदास हुक्मनामा आप जी ने सरवण किया है। सो आओ अगले रापड़ा गुरु शब्द विचारदा है। गुरु बाबा कृपा करन, आप इन्हां पावन शब्दां दी विचार करवा लैन। सो जितने कसी हाजरीन बैठे हाँ, गुरु चरणों विच रसना पवित्र करते हुए फतेह की सांझ करी है। ते एक बार रसना पवित्र करी आखो वाहिगुरु 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 वाहिगुरु।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਕੱਲ੍ਹ ਅਸੀਂ ਉਹਨਾਂ ਦੇ ਸ਼ਬਦ, ਸਲੋਕ, ਲਾਲਚ, ਝੂਠ, ਵਿਕਾਰ, ਮੋਹ, ਵਿਆਪਤ ਮੂੜ ਅੰਧ, ਲਾਗ ਪਰੇ ਦੁਰਗੰਧ, ਸਿਉ ਨਾਨਕ ਮਾਇਆ ਬੰਧ। ਮਾਇਆ ਦੇ ਬੰਧਨ ਕਿਸੇ ਲਾਲਚ ਕਰਕੇ, ਮੋਹ ਕਰਕੇ, ਵਿਕਾਰ ਕਰਕੇ, ਮਹਾਰਾਜ ਕਹਿੰਦੇ ਝੂਠ ਕਰਕੇ ਬੰਨ ਲੈਂਦੇ ਅਸੀਂ। ਸੱਚ ਦੇ ਨਾਲ ਸੱਚ ਦੇ ਬੰਧਨ ਹੈ। ਸੱਚ ਜਪਿਆ ਹੀ ਸੱਚ ਹੀ ਹੈ। ਇਸ ਲਈ ਉਹਨਾਂ ਬੰਧਨਾਂ ਤੋਂ ਮੁਕਤੀ ਦਾ ਦਾਤਾ ਜਿਹੜਾ ਹੈ ਉਹ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ। ਗੁਰੂ ਪਾਤਸ਼ਾਹ ਕਹਿੰਦੇ ਜਦ ਤੱਕ ਬੰਦੇ ਨੂੰ ਸੋਝੀ ਨਹੀਂ ਸ਼ਬਦ ਦੀ ਪੈਂਦੀ, ਉਹਨਾਂ ਚਿਰ ਜਿਹੜੀ ਉਹਦੀ ਯਾਤਰਾ ਹੈ ਜਾਂ ਉਹਦੀ ਕੋਸ਼ਿਸ਼ ਹੈ ਉਹਨੂੰ ਤਾਂ ਭਰਮ ਵਿੱਚ ਹੁੰਦੀ ਹੈ ਵੀ ਤੁਰਿਆ ਹਾਂ। ਇਸ ਲਈ ਕੁਝ ਜਿਹੜੇ ਬੰਧਨ ਹੁੰਦੇ ਨੇ ਉਹਨਾਂ ਨੂੰ ਵੀ ਫਿਰ ਉਹ ਬੰਧਨ ਨਹੀਂ ਮੰਨਦਾ, ਭਾਵੇਂ ਹਣ ਬੰਧਨ ਹੋ, ਉਹ ਵੀ ਉਹਨੂੰ ਚੰਗੇ ਲੱਗਦੇ ਨੇ, ਕਿਉਂਕਿ ਉਹਨਾਂ ਵਿੱਚ ਲਾਲਚ ਹੁੰਦਾ ਹੈ, ਉਹਨਾਂ ਵਿੱਚ ਮੋਹ ਹੁੰਦਾ ਹੈ, ਉਹਨਾਂ ਵਿੱਚ ਖਿੱਚ ਹੁੰਦੀ ਹੈ, ਅਟੈਚਮੈਂਟ ਹੁੰਦੀ ਹੈ। ਜਿਹੜੀ ਚੀਜ਼ ਨਾਲ ਸਾਡੀ ਖਿੱਚ ਹੁੰਦੀ ਹੈ ਬੰਦਾ ਭੁੱਲ ਹੀ ਜਾਂਦਾ ਉਸ ਬਾਰੇ ਵੀ ਕੀ ਇਹ ਗਲਤ ਸਹੀ ਹੈ। ਅਟੈਚਮੈਂਟ ਹੈ ਨਾ, ਵਾਸ਼ਨਾ ਦੀ ਅਟੈਚਮੈਂਟ ਹੈ, ਉਧਰ ਦੌੜਦੀ। ਮੋਹ ਦੀ ਹੈ, ਸੰਸਾਰਕ ਮੋਹ, ਹਰ ਇੱਕ ਚੀਜ਼ ਦਾ ਮੋਹ ਹੁੰਦਾ ਹੈ। ਹਰ ਇੱਕ ਚੀਜ਼ ਦਾ ਮੋਹ ਕੇਵਲ ਪਰਿਵਾਰ ਨਾਲ ਹੀ ਨਹੀਂ ਹੁੰਦਾ, ਹਰ ਚੀਜ਼ ਦਾ ਮੋਹ ਹੈ। ਮੋਹ ਕਰਦਾ ਹੈ ਤੇ ਉਹਦੇ ਲਈ ਫਿਰ ਲਾਲਚ ਕਰਦਾ ਹੈ। ਲਾਲਚ ਦੀ ਪੂਰਤੀ ਲਈ ਝੂਠ ਵੀ ਬੋਲ ਸਕਦਾ ਹੈ। ਮਹਾਰਾਜ ਕਹਿੰਦੇ ਜਹਾਂ ਲੋਭ ਤਹ ਪਾਪ ਹੈ। ਜਿੱਥੇ ਲੋਭ ਆ ਜਾਏ ਉੱਥੇ ਪਾਪ ਖੜਾ ਹੋ ਜਾਂਦਾ, ਵਿਕਾਰ ਖੜਾ ਹੋ ਜਾਂਦਾ। ਜਹਾਂ ਖਿਮਾ ਤਹ ਆਪ, ਜਿੱਥੇ ਖਿਮਾ ਰੂਪ ਹੈ, ਸਤ ਰੂਪ ਹੈ, ਸਹਿਜ ਰੂਪ ਹੈ, ਉੱਥੇ ਆਪ ਹੈ। ਬੰਧਨ ਕਿਸੇ ਵੀ ਚੀਜ਼ ਦਾ ਹੈ, ਉਹ ਬੰਦਾ ਉਹਦੇ 'ਚ ਤੁਰਿਆ ਰਹੇ, ਤੁਰਿਆ ਰਹੇ। ਦੇਖੋ ਅਸੀਂ ਕੱਲ੍ਹ ਗੱਲ ਵੈਸੇ ਡਿਟੇਲ 'ਚ ਕੀਤੀ ਹੈ, ਮੈਂ ਅੱਜ ਦੇ ਸ਼ਬਦ ਦੀ ਗੱਲ ਕਰਾਂਗਾ, ਜ਼ਿਆਦਾ ਨਹੀਂ ਸਮਾਂ ਲੈਣਾ। ਅੱਜ ਸਵੇਰ ਦਾ ਹੁਕਮਨਾਮਾ ਹੈ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵ ਲਾਏ। ਹੁਣ ਦੇਖੋ ਸਾਰਾ ਕੁਝ ਕਹਿ ਦਿੱਤਾ, ਨਵਨਿਧੀ 18 ਸਿੱਧੀ ਪਿੱਛੇ ਲੱਗਿਆ। ਇਹਦਾ ਮਤਲਬ ਜਿਹੜੀਆਂ ਨਵਨਿਧੀਆਂ ਲਈ ਬੰਦਾ ਜੇ ਕਿਤੇ ਮਗਰ ਦੌੜਦਾ ਹੈ, ਕਿਤੇ ਨਾ ਕਿਤੇ ਕੋਈ ਮੋਹ ਉਹਦੇ ਨਾਲ ਅਟੈਚਮੈਂਟ ਹੈ ਨਾ, ਤਾਂ ਹੀ ਦੌੜਦਾ। ਲੋਭ ਹੈ ਨਾ, ਪ੍ਰਾਪਤੀ ਦੀ ਇੱਛਾ ਹੈ ਨਾ, ਅਟੈਚਮੈਂਟ ਹੈ। ਜੇ ਇਹਨਾਂ ਦੀ ਇੱਛਾ ਹੀ ਤਿਆਗ ਦੇਵੇ, ਉਹ ਕੀ ਹੈ ਫਿਰ? ਮਹਾਰਾਜ ਕਹਿੰਦੇ ਏਕ ਸ਼ਬਦ ਲਿਵ ਲਾਏ। ਜੇ ਕਿਤੇ ਉਹ ਇੱਕ ਸ਼ਬਦ ਨਾਲ ਜੁੜ ਜਾਏ ਨਾ, ਫਿਰ ਉਹਨੂੰ ਪਤਾ ਲੱਗਿਆ ਵੀ ਜਿਹੜਾ ਅਸਲ ਵਿੱਚ ਬ੍ਰਹਮਪੁਣਾ ਮੇਰਾ ਹੈ ਨਾ, ਉਹ ਆ ਹੈ। ਜਿਵੇਂ ਨਾ ਬ੍ਰਾਹਮਣ ਸ਼ਬਦ ਅਸੀਂ ਕਹਿ ਦਿੰਦੇ, ਬ੍ਰਾਹਮਣ ਅਸਲ ਵਿੱਚ ਜਿਸ ਨੂੰ ਬ੍ਰਹਮ ਦਾ ਪਤਾ, ਬ੍ਰਹਮ ਗਿਆਨੀ ਕਹਿ ਲਓ, ਬ੍ਰਹਮ ਦਾ ਗਿਆਨ ਹੋ ਜਾਏ, ਇਹੀ ਬ੍ਰਹਮ ਗਿਆਨ ਹੈ। ਇਹ ਸਾਡੇ ਅੰਦਰ ਦੀ ਆਪੇ ਦੀ ਪਛਾਣ ਹੈ, ਉਹਦਾ ਗਿਆਨ। ਜਦੋਂ ਅਸੀਂ ਉਹਨੂੰ ਪਛਾਣਦੇ ਹਾਂ, ਫਿਰ ਬੰਦਾ ਲਾਲਚ ਨਹੀਂ ਕਰਦਾ ਹੈ, ਫਿਰ ਕ੍ਰੋਧ ਨਹੀਂ ਕਰਦਾ ਹੈ। ਪਛਾਣ ਉਹਦੀ ਹੋ ਗਈ ਨਾ, ਉਹਦੇ ਨਾਲ ਹੀ ਲਿਵ ਲਾਉਣੀ ਹੈ। ਇੱਕ ਸ਼ਬਦ ਲਿਵ ਲਾਏ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਉਹ ਤਾਂ ਪਿੱਛੇ ਆ ਗਈਆਂ। ਫਿਰ ਹੁਣ ਇੱਕ ਬੰਦਾ ਤਾਂ ਮਗਰ ਦੌੜਦਾ ਹੈ, ਇੱਕ ਇਹਦੇ ਪਿੱਛੇ ਨਹੀਂ ਦੌੜਦਾ, ਉਹ ਦੇਖਦਾ ਵੀ ਨਹੀਂ ਇਹਦੇ ਵੱਲ।
ਸਗੋਂ ਮਗਰ ਆ ਰਹੀਆਂ ਨੇ। ਹੁਣ ਜਿਹੜਾ ਪਿੱਛੇ ਦੌੜਦਾ ਹੈ ਉਹਦੀ ਬਿਰਤੀ ਵਿੱਚ ਬੰਧਨ ਹੈ। ਮੈਂ ਜਿਹੜੀ ਬੇਨਤੀ ਕਰਦਾ, ਉਹਦੇ ਕੋਲ ਬੰਧਨ ਹੈ, ਭਾਵੇਂ ਉਹਨੂੰ ਖਿੱਚਦੀਆਂ ਨੇ, ਮੋਹ ਮਾਇਆ ਹੀ ਖਿੱਚਦੀ ਹੈ। ਇਹ ਹੋਣਾ ਚਾਹੀਦਾ ਜੀ, ਮੇਰੇ ਕੋਲ ਆਹ ਤਾਕਤ ਹੋਣੀ ਚਾਹੀਦੀ ਆ। ਇਹ ਹੈ ਨਾ ਕਿ ਲੋਕ ਕਿਸ ਕਿਸ ਤਰ੍ਹਾਂ ਦੇ ਪਖੰਡ ਕਰਦੇ ਨੇ। ਫਿਰ ਜੇ ਕਿਤੇ ਥੋੜ੍ਹਾ ਜਿਹਾ ਬੰਦਾ ਸ਼ਬਦ ਵਾਲਾ ਹੋ ਜਾਏ, ਇਹੀ ਵਸਤੂਆਂ ਮਗਰ ਆ ਜਾਂਦੀਆਂ ਨੇ। ਇਹਦਾ ਮਤਲਬ ਉਹ ਕਹਿੰਦਾ ਨੋ, ਮਗਰ ਦਾ ਮਤਲਬ ਪਿੱਛੇ ਕਰਤੀਆਂ, ਮੈਨੂੰ ਨਹੀਂ ਚਾਹੀਦੀ ਪਿੱਛਾ। ਜੇ ਤੁਹਾਡੇ ਅੱਗੇ ਵਸਤੂ ਹੈ, ਅਸੀਂ ਪਿੱਛੇ ਹਾਂ, ਫਿਰ ਬੰਧਨ ਹੈ। ਅਸੀਂ ਅੱਗੇ ਹਾਂ, ਵਸਤੂ ਪਿੱਛੇ ਹੈ। ਦੇਖੋ ਨਾ, ਇੰਝ ਕਹਿ ਲਓ, ਸੰਸਾਰ ਦਾ ਅਸੀਂ ਕਿੰਨਾ ਕੁਝ ਭੋਗਦੇ ਹਾਂ, ਸਾਰੇ ਦਾ ਸਾਰਾ ਸਾਡੇ ਵਾਸਤੇ ਹੀ ਹੈ ਨਾ। ਜੋ ਕੁਝ ਵੀ ਬਣਿਆ, ਬੰਦਾ ਇੰਝ ਕਹਿ ਸਕਦੇ ਨਾ, ਅਸੀਂ ਕਹਿੰਦੇ ਹਾਂ ਕਈ ਵਾਰੀ ਵੀ ਜੀਣ ਵਾਸਤੇ ਖਾਂਦਾ ਹੈ, ਜਿਉਣ ਵਾਸਤੇ ਪਹਿਨਦਾ ਹੈ। ਕੋਈ ਐਵੇਂ ਤਾਂ ਨਹੀਂ ਹੈਗਾ ਵੀ ਪਹਿਨਣ ਵਾਸਤੇ ਹੀ ਜਿਉਂਦਾ ਹੋਵੇ, ਜਾਂ ਫਿਰ ਖਾਂਦਾ ਹੀ ਇਸ ਕਰਕੇ ਵੀ ਮੈਂ ਜੀਂਦਾ, ਜਿਹੜਾ ਨਹੀਂ। ਰੋਟੀ ਤਾਂ ਬਣੀ ਹੈ ਬੰਦਿਆ, ਤੂੰ ਖਾ ਤੇ ਤੂੰ ਜੀਂਦਾ ਰਹੇ। ਪਹਿਨ ਇਹਨੂੰ, ਤੇਰੀ ਜ਼ਿੰਦਗੀ ਲਈ ਹੈ। ਪਰ ਜੇ ਜ਼ਿੰਦਗੀ ਪਹਿਨਣਾ ਬਣ ਜਾਵੇ, ਕਹਿੰਦੇ ਨਾ, ਜਿਵੇਂ ਇੰਗਲਿਸ਼ ਵਿੱਚ ਕਹਿੰਦੇ ਨੇ ਬਈ ਮਨੀ ਇਜ਼ ਨੋਟ ਐਵਰੀਥਿੰਗ, ਪੈਸਾ ਹੀ ਨਹੀਂ ਸਭ ਕੁਛ ਹੁੰਦਾ ਹੈ। ਪਰ ਕਿਸੇ ਟੌਪਿਕ ਤੇ ਜਾ ਕੇ ਸਭ ਕੁਝ ਹੈ ਬੰਦੇ ਲਈ ਹੀ। ਅਸੀਂ ਕਮਾਉਂਦੇ ਹਾਂ, ਅਰਨ ਕਰਦੇ ਹਾਂ, ਕਾਹਦੇ ਵਾਸਤੇ? ਮੈਂ ਜੀਣ ਵਾਸਤੇ, ਮੇਰੀਆਂ ਲੋੜਾਂ ਵਾਸਤੇ, ਬਸ ਆਹੀ ਹੈ। ਬ੍ਰਹਮ ਦਾ ਪਛਾਣ ਇਹ ਹੈ ਕਿ ਤੇਰੇ ਬ੍ਰਹਮ ਦੀ ਪਛਾਣ ਹੀ ਇਹ ਹੈ ਕਿ ਤੂੰ ਪਦਾਰਥਾਂ ਮਗਰ ਨਾ ਦੌੜੇ, ਪਦਾਰਥ ਤੇਰੇ ਮਗਰ ਦੌੜਨ। ਆਹ ਹੈਗਾ, ਐਸਾ ਰੰਗ ਬਣ ਜਾਏ। ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹਿ, ਆਹੀ ਬ੍ਰਹਮਤ ਦੀ ਪਛਾਣ ਹੈ। ਬੰਦਾ ਜੇ ਕੋਈ ਕੰਮ ਵੀ ਕਰ ਰਿਹਾ ਹੈ ਤੇ ਅੰਦਰੋਂ ਬ੍ਰਹਮ ਤਾਂ ਸਾਡਾ ਅੰਦਰਲਾ ਦੁਖੀ ਹੈ, ਅੰਦਰਲੀ ਸਾਡੀ ਸੁਰਤ ਜਿਹੜੀ ਬ੍ਰਹਮ ਰੂਪ ਹੈ ਉਹ ਤਾਂ ਦੁਖੀ ਹੈ। ਫਿਰ ਉਹ ਕਾਰਜ ਕੀਤਾ ਹੋਇਆ ਕਿਆ ਸੁੱਖ ਦੇਗਾ? ਜਿਸ ਕਾਰਜ ਵਾਸਤੇ ਉਹ ਕਰ ਰਿਹਾ ਉਹ ਤਾਂ ਦੁਖੀ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਇਹ ਪਿੱਛੇ ਆ ਜਾਣ, ਅੱਗੇ ਰੂਪ ਹੋ ਜਾਏ, ਜੋ ਤੋਂ ਅੱਗੇ ਹੋ ਜਾ। ਇਸ ਲਈ ਗੁਰੂ ਬਾਬਾ ਜੀ ਇਸ ਰੰਗ ਵਿੱਚ ਬਿਆਨ ਕਰਦੇ ਨੇ ਕਿ ਜਿਹੜਾ ਪਦਾਰਥ ਹੈ, ਪਦਾਰਥ ਜਿੰਨਾ ਮਟੀਰੀਅਲਿਜ਼ਮ ਹੈ, ਇਹ ਸਾਡੇ ਪਿੱਛੇ ਹੋਣਾ ਚਾਹੀਦਾ, ਅੱਗੇ ਨਹੀਂ ਹੋਣਾ ਚਾਹੀਦਾ। ਮਨੁੱਖ ਸਭ ਕੁਛ ਪਿੱਛੇ, ਰੱਬੀ ਹੋਂਦ, ਰੱਬ ਦੀ ਯਾਦ, ਤੇ ਸਭ ਕੁਛ ਅੱਗੇ ਕੀ ਹੈ? ਪਦਾਰਥ। ਤੇ ਬਾਣੀ ਨੇ ਇਹਨੂੰ ਕੋ ਰੰਗ ਬਿਆਨ ਕੀਤਾ। ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਰਨ ਵਿਖੋਟ ਗਵਾਵੇ। 10 ਵਸਤੂਆਂ ਮਿਲ ਗਈਆਂ, ਉਹਦਾ ਕੋਈ ਚੇਤਾ ਨਹੀਂ ਹੈਗਾ। ਇੱਕ ਵਸਤੂ ਨਾ ਮਿਲੇ ਉਹਦੇ ਕਰਕੇ ਵਿਸ਼ਵਾਸ ਹੀ ਖੋ ਦਿੰਦਾ ਹੈ। ਫਿਰ ਏਕ ਭੀ ਨਾ ਦੇ 10 ਵੀ ਹੀਰ ਲੈ, ਜੇ ਉਹ ਇੱਕ ਬਣਾ ਦੇਵੇ 10 ਵੀ ਖੋਲੇ, ਫਿਰ ਕੀ ਕਰ ਲਾਂਗੇ? ਨਥਿੰਗ, ਕੁਛ ਵੀ ਨਹੀਂ ਕਰ ਸਕਦੇ। ਮਤਲਬ ਬੰਦੇ ਨੂੰ ਜਿਹੜੀ ਸੈਟਿਸਫੈਕਸ਼ਨ ਹੈ, ਸੰਤੋਖ ਹੈ ਨਾ, ਜਿਹੜਾ ਸੰਤੁਸ਼ਟੀ ਜਿਹੜੀ ਹੈ, ਉਸ ਆਤਮਿਕ ਤਲ ਤੇ ਹੈ, ਅੰਦਰ ਦੇ ਤਲ ਤੇ ਹੈ। ਉਹਦੇ ਵਿੱਚ ਫਿਰ ਜਦੋਂ ਸੰਤੁਸ਼ਟੀ ਉਹਨੂੰ ਹੋ ਜਾਂਦੀ ਹੈ ਨਾ, ਫਿਰ ਪਦਾਰਥ ਦਾ ਹੋਣਾ ਨਾ ਹੋਣਾ, ਬਹੁਤਾ ਹੋਣਾ ਘੱਟ ਹੋਣਾ ਮੈਟਰ ਨਹੀਂ ਕਰਦਾ। ਬੰਦਾ ਕਹਿੰਦਾ ਨੋ, ਇਟਸ ਓਕੇ, ਜੇ ਤੂੰ ਇਹ ਦੇ ਦਿੱਤਾ ਤਾਂ ਵੀ ਤੇਰਾ ਸ਼ੁਕਰ ਹੈ, ਆਹ ਦਿੱਤਾ ਤਾਂ ਵੀ ਤੇਰਾ ਸ਼ੁਕਰ। ਮਤਲਬ ਇਹ ਹੈ ਸੰਤੋਖ ਦੀ ਅਵਸਥਾ, ਇਹ ਹੈ ਬੰਧਨ ਮੁਕਤ ਦੀ ਅਵਸਥਾ ਹੈ। ਮਤਲਬ ਇਹਨੂੰ ਇੰਝ ਨਾ ਸਮਝੀਏ ਵੀ ਦੇਖੋ ਜੀ ਫਿਰ ਅਸੀਂ ਰੱਬ ਪਰਿਵਾਰ ਵਾਸਤੇ ਕੰਮ ਨਾ ਕਰੀਏ, ਬੱਚਿਆਂ ਨਾਲ ਪਿਆਰ ਨਾ ਕਰੀਏ, ਇਹ ਥੋੜ੍ਹੀ ਗੱਲ ਹੈ, ਇਹ ਨਹੀਂ ਹੈ। ਅਸਲੀਅਤ ਇਹ ਹੈ ਕਿ ਉਹਨਾਂ ਦਾ ਬੈਲੈਂਸ ਹੋ ਜੇ ਤੇਰੀ ਲਾਈਫ ਵਿੱਚ। ਉਹ ਜਿਹੜੀ ਚੀਜ਼ ਹੈ ਉਹਨੂੰ ਬਾਣੀ ਕਹਿੰਦੀ ਹੈ, ਇਹ ਹੈ ਤੇਰੇ ਅੰਦਰ ਦਾ ਸੰਤੋਖ। ਸੰਤੋਖ ਐਵੇਂ ਹੈ,
कोई कोई इस तरह की चीज़ नहीं हैगी भी जिहड़ी खा लो संतोख आ जाए ना। ਅਸੀਂ वैसे यूज़ कर दें कई बारी रोटी राजी नहीं जी नहीं आनंद आ गया बस। तो जे दोपहरे रोटी खाधी आनंद आए तो शाम को फिर कहने भी अज मिली नहीं अजे तक लेट हो गए, फिर आनंद कित्थे गो। वो नहीं है आनंद पदार्थ की वस्तु की होंद विच नहीं है। आनंद अवस्था मन की अवस्था है, एक मन की स्टेज है मन। इस तरह सहज है। ये जिहड़ियां चीज़ां ने इहनूं बाणी कहती है नवनिधि 18 सिद्धि पिछे लगे। ये ने हुण तां संतोख पिछे तुरिया आउंदा, देख नहीं रहा बंदा। इस संतोख की अवस्था एक छोटी जी एग्जाम्पल देवां फिर शब्द शुरू करते हैं। कई बार मैं जिक्र करदा कि कोई बंदगी वाली रूह महापुरुष सीगे ते वो ना तुरे जा रहे सी रस्ते दे विच, मगर मगर उन्हां दी पत्नी तुरी जा रही सी दोनी। रस्ते दे विच कोई उन्हां नूं सोने का गहना लभ गया तो महापुरुष उत्थे बैठ गए। तो आपां तो ये करते हैं ना भी जे किते मिल जाए फटाफट चुको तो एक साइड ते करो ना, कोई देख ना लवे। ये सच है ना। ये मैं जिहड़ी गल करदा भी साडी अटैचमेंट की है, मोह की है। एवें ना कोई होर छोटी जी एग्जाम्पल देना, पहला वो कोई साधु तुरया जांदा सी ते कोई अगों बच्चा आ रहा सी, उहदे हत्थ चों जो कोई पैसा सी आपां सपोज करो 1 रुपया कह लो, वो हत्थ चों निकल गया। निकल इस तरह रुड़दा रुड़दा वो साधु वाले चला गया। उस साधु ने उत्ते पैर रख लिया। जो ही पैर आके खड़ा रहा तो बच्चा देखदा मेरा पैसा किधर गया। इधर उधर वेख्या, वो पुछदा बाबा जी मेरा तो पैर, कहंदे देख लै इत्थे कित्थे तेरा। हुण ज्यों ही वो बच्चा चलिया गया, नहीं लभ्या तो चलिया गया। तो पैसा पैर चकदा है, ज्यों ही पैर चक्या जांदा ओदी बुद्धि तो भी पैर चक्या गया, मथे ते हत्थ मारिया। क्या 1 रुपये वास्ते बंधन च पै गया, अटैचमेंट च, लोभ च हो गया। है भी तो कुछ नहीं ना। इस तरह वो हुण देखो उन्हां दी अवस्था की है। वो सोने की कोई गहना मिल गया, वो साधु ने कहा भी उत्थे बैठ के जिथे पिया सी उत्थे उस जगह तो टोआ पटिया, उहदे विच करके उपर मिट्टी पा दी। उत्थे खड़े हो गए, फिर तुर पे। हुण पिछे उन्हां दी पत्नी आ रही सी, उन्होंने देखे भी इत्थे बैठे सी कोई गल है। वो बैठ गई तो बैठ के उन्हें फोलिया तो बिचों सोना निकलिया। तो उन्होंने की कितने चक्या, चक के बड़ी दूर जाके भगा के सुट दिता। मगरी मगर फिर आ गई। हुण जदों ही घर पहुँचते नहीं, घर जाके वो पत्नी अपने पति नूं पुछदी है, पत्नी हूँ पति उन्होंने पुछदा है, साधु उन्होंने पुछदा है। पत्नी कहती साईं जी तुसीं उस रस्ते च क्यों बैठे सी? वो कहंदे भलीए उत्थे कोई गहना पिया सी सोने का, ते मेरे मैं देख लिया तो मेरे मन में आया भी इस्त्री नूं गहने बड़े प्यारे हुंदे ने, भी किते तू वेख के इहदे ते मन में लालच आ जाए भी चलो चक के लै जाने। अपना की इहदे ते हक है? मैं कह रहा कंटेंटमेंट, संतोख हाँ है, अपना इहदे की हक है? फिर मैं इस करके उन्होंने टोआ पटिया उत्थे दब दिता भी ना तू देखे ते ना चके। अच्छा हाँ पर तू क्यों बैठी? कहती जद मैं देखा भी तुसी क्यों बैठे, मैं फोलिया तो उतों गहना निकलिया। तो मेरे मन में ये आया भी शायद अज साई नूं अज पति नूं लालच किते लालच गेड़ा दे गया होगा भी मेरे तो डरदे ने ना चक्या होवे भी दब गया भी बाद च कढ़ के लै जी। वो कहते फिर कहते मैं इस करके उतों कढ़िया बड़ी दूर भगा के सुटिया भी थोड़ी जब वापस भी आओ तो मिले ना। ये है कंटेंटमेंट, ये है संतोख। मतलब किसी जी आपदी चीज तो किड्डा संतोख होएगा बंदे नूं। फिर यही महाराज कहते ने 10 वस्तु ले पाछे पावे, जो तू दे रहा बहुत बड़ी किरपा है तेरी, बहुत कुछ मिले है, ये संतोख आ जाए बंदे नूं। बस जो दिता है तेरा सब शुक्र है, जो तू देता तू नवाजता बड़ा कुछ है। जो किते नूं असीं देखो मान लो असीं कहने जी धन दौलत होर ज़्यादा एवरीथिंग, मैं उस दिन भी कल भी जिक्र कर रहा सी
इन्हों छड्डो। जे साडी देह तंदुरुस्त है ना तो शुक्र करो, मारका तेरा बड़ा किरपा है, मैनू शरीर तंदुरुस्त दिता, कोई रोग नहीं दिता है। नहीं तो हॉस्पिटल भरे पे ने, बैठे ने लोग, तंग हो रहे हैं। फिर जे खाण का प्रशादा छकदे बड़ा वधिया छकदे, भी तू वधिया होर की चाहिए महाराज, बड़ा आनंद है, बहुत वधिया दिता है। नंबर 3, जे पहनण वास्ते मेरे को तो बड़ा कुछ है, होर की मंगी, खाण की पूर्ति है, पहनण की पूर्ति है, बड़ा वधिया, बड़ा कुछ दे दिता। चलो छोड़ो जी, मेरे नेत्र जिहड़े ने बड़े वधिया काम करते हैं, काम दे रहे हैं। कन्न मेरी स्रोत बड़ी वधिया है, जवान तो मैं बड़ा वधिया बोल लेना, मैं बड़ा वधिया है। फिर यह मतलब सारा कुछ जो वेखोगे, ये सारिया की ने उहदियां बरकतां ने। तो ये विचों की शब्द निकलेगा, भी शुक्र है तेरा, धन्यवाद। ये आगा संतोख, मतलब अपनी चीज़ दे उपर बंदे नूं संतोख हो जाए। दूजे को है नो दे रहा दाता, बड़ा कुछ देने वाला है, बड़ा बख्शदा है जी, सब नूं दे रहा, सबना जियां का वो थोड़ी है। जिवें मैं वजीर की गल करदा, वो कहंदा जिहड़े पढ़े लिखे ने बेचारे वो किते अनपढ़ां दी चाकरी करते हैं, तो जिहड़ा पढ़िया लिखिया तुरया फिरदा, जिहड़ा मूर्ख है वो घोड़े की सवारी करदा पिया। पर यह की है, कहंदा है तो उसदी रब की मर्जी ना, वजीदा कौन साहब नूं आखे इंज नहीं तो इंज कर। तुसीं मैं एक एग्जाम्पल देना, कैनेडा दे विच मेरे एक फ्रेंड सीगे, वो ना ट्रक चलाउंदे सीगे, तो मैं उन्होंने पूछा भी कि मैं इस तरह गलबात चलती है, मैं क्या भी बड़ी वधिया, कहते साढ़े जेडे जिन्हें मैं ट्रक चलाना मालक ने ना घट्टो घट्ट उन्होंने को 100-150 ट्रक है, बहुत बड़ी ट्रांसपोर्ट है, वाह बड़ी वधिया गल है। मैं क्या देखो जी इत्थे इस मुल्क में आके उन्होंने किड्डा ना प्रोग्रेस की है। मैनू कहते जी पर उस बंदे नूं साइन नहीं करने आउंदे इन पंजाबी च, जिहदी ट्रांसपोर्ट है, और जिस जेड़े जेड़े उहदे कोल काम कर रहे हैं, कोई MPhil है, कोई PhD है, कोई B.Tech है, पढ़े लिखे चंगे, हुण वो एडी ट्रांसपोर्ट का मालक उहदे कोल काम करते हैं, जिन्होंने साइन नहीं करनी आती। ये की है, ये साहिब दी है, रब दी रजा है, इस संतुष्टि होनी चाहिए है। जे हुण मैं कहिया नहीं नहीं जी देखो मैं इन्ना पढ़िया तो एवें बंदे नूं किवें मिल गया जी, कूड़ी जावे, की है, ये रोना है, होर कुछ नहीं है। संतोष जिहड़ा है, संतोख ये चीज़ है, ये है आपदे मन की अवस्था। बाबा जी कहते किते इन्हां च बंधन ना पा ली। बंधन कदों बन जाना, जो आपदी चीज़ दे कोले हुंदियां होया भी बंदा दूजे की खिच करता है, वो बंधन है, वो मिलती नहीं, बंदा दौड़ी जाता मगर, बस आ है आपदे पैरों च पाई जुती का संतोख है, सच है। कहते फकीर तुरया जाता सी ते ओ किते की देखदा हैगा, मस्जिद च जाना सी उन्हें, तो मत्था टेकन जिवें कहते आप नमाज पढ़ी तो वापस आया, की वेखदा उहदे कोल जुत्ती लै गया। अक्सर ही ने जुत्ती इत्थे भी बथेरे लै जांदे ने, वो जुत्ती लैके गया तो वो बड़ा हैरान लिया, हद हो गई, लोग इत्थे भी जुत्ती लै जांदे ने, मैनू नंगे पैरी जाना पैगा। बड़ा उन्होंने कोसदा है, दुनिया बड़ी है जी, बड़ा है जी, बड़ा कोस रहा है। अचानक की वेखदा है, उस ही मस्जिद की पौड़ियां चो कोई बंदा उतर रहा, उसदी लत्तां नहीं हैगी दोनों, लत्तां दे गोडियां दे भार ते कहता तू मस्जिद आउण वास्ते एक जुत्ती का सहारा भालदा, इहदे कोल तां पैर भी नहीं हैगे, फिर भी रब का शुक्र कर रहा, इहने जुत्ती पाउणी कित्थे है, पैर ही नहीं हैगे। जे तेन जुत्ती चक्की कि कोई नहीं होर ले लेगा, पैर तो है ने पाउण नूं, दैट सैटिस्फैक्शन, यह है संतोख। अटैचमेंट बंदा किहड़ी बनाउंदा भी मेरे को आ नहीं हैगा, बस जिहड़ी चीज़ नहीं हैगी ना उसदा दुख बड़ा हुंदा है, बस आ है। ये है मोह बंधन। मैं जिहड़ी बेनती करदा, दुख बंदा कदों बनाऊगा जो चीज़ नहीं हैगी मेरे को, उसदा दुख है, जो हैगी है वह कदे शुकराना नहीं। किन्नी बारी एग्जाम्पल देती है भी वो कोई लंगर च चाह बरता रहा सी, दो सज्जन बैठे, उन्होंने दोनों ने गिलास रख दिते इस तरह, तो चाह पाने वाला दोनों च पा गया अद्धा कप, वह भी अद्धा सी, वह भी अद्धा सी। जिहड़ा पहला सी ना उन्हें देखा अद्धा, कहता हद हो गई भी तू चाह बरताना चज ना तो पा दे, गिलास खाली छड़ता अद्धा, भरता दे। तो दूसरा कहता शुक्र आ महाराज तेरा,
ਅੱਧਾ ਭਰਿਆ ਹੋਇਆ, ਉਹਨੂੰ ਭਰਿਆ ਹੋਇਆ ਦਿਸਦਾ, ਉਹਨੂੰ ਖਾਲੀ ਦਿਸਦਾ। ਹੈਗੀ ਸਟੇਜ ਇੱਕੋ ਹੀ ਹੈ। ਆਪਦੀ ਚੀਜ਼ ਦੀ ਸੰਤੁਸ਼ਟੀ ਕੀ ਹੈ? ਬਸ ਜੇ ਤਾਂ ਸੰਤੁਸ਼ਟੀ ਹੈ ਫਿਰ ਸੰਤੋਖ ਹੈ, ਜੇ ਨਹੀਂ ਹੈਗਾ ਫਿਰ ਕੀ ਹੈ? ਸਾਡੀ ਅਟੈਚਮੈਂਟ, ਮੋਹ, ਲਾਲਚ, ਗਰੀਡ, ਇਹ ਅਸੀਂ ਦੌੜੇ ਜਾਂਦੇ ਉਹਦੇ ਮਗਰ। ਉਹ ਕੀ ਹੈ? ਉਹ ਬੰਧਨ ਹੈ, ਉਹ ਚੀਜ਼ ਬੰਧਨ ਬਣਦੀ ਹੈ। ਮੈਂ ਬੇਨਤੀ ਕਰ ਰਿਹਾ, ਇਸ ਨੂੰ ਕੌਣ ਕੱਟਦਾ? ਫਿਰ ਗੁਰੂ ਕੱਟਦਾ ਹੈ। ਜੇ ਕਿਤੇ ਬੰਦਾ ਅੰਦਰਲੇ ਆਪੇ ਨੂੰ ਸਮਝ ਲੇ ਤਾਂ ਸਾਰੀ ਗੱਲ ਖਤਮ ਹੋ ਜਾਂਦੀ। ਖੈਰ ਅਗਲੇ ਸ਼ਬਦ ਸ਼ਲੋਕ ਮਾਰੇ, ਕਹਿੰਦੇ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਆਥਾ। ਵਾਹਿਗੁਰੂ ਲਾਲ ਹੈ। ਲਾਲ ਦਾ ਮਤਲਬ ਰੈੱਡ ਕਲਰ ਨਹੀਂ, ਲਾਲ ਦਾ ਮਤਲਬ ਜਿੱਥੇ ਵੀ ਬਾਣੀ ਵਿੱਚ ਬਹੁਤ ਥਾਂ ਤੇ ਆਇਆ ਉਹ ਹੈ ਜਿਹੜਾ ਹੈ ਸਨੇਹ, ਪ੍ਰੀਤ। ਅਸੀਂ ਕਹਿੰਦੇ ਨਾ ਕਈ ਵਾਰੀ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ। ਇਹ ਜੀ ਲਾਲ, ਲਾਲ ਦਾ ਮਤਲਬ ਲਾਲੀ ਸ਼ਬਦ ਇੱਥੋਂ ਬਣਿਆ। ਐਨ ਚਿਹਰੇ ਤੇ ਇੰਨਾ ਪਿਆਰ, ਤੇਰੇ ਤੋਂ ਬਿਨਾਂ ਹੋਰ ਕੌਣ ਕਰ ਸਕਦਾ? ਐਸੀ ਲਾਲ ਤੁਝ ਬਿਨ ਕੌਣ ਕਰੇ, ਤੇਰੇ ਤੋਂ ਬਿਨਾਂ ਨਹੀਂ ਕੋਈ ਹੋਰ ਕਰ ਸਕਦਾ, ਕਿਉਂਕਿ ਤੂੰ ਗਰੀਬ ਨਿਵਾਜ ਗੁਸਈਆ ਮੇਰਾ। ਮਾਥੇ ਛਤਰ ਤੇਰੇ। ਦੁਨੀਆ ਅਮੀਰੀ ਨੂੰ ਨਵਾਜਦੀ ਆ, ਤਕੜੇ ਨੂੰ ਨਵਾਜਦੀ ਹੈ, ਗਰੀਬ ਨੂੰ ਕੌਣ? ਪਰ ਉਹ ਗਰੀਬ ਨੂੰ ਵੀ ਨਵਾਜ ਦਿੰਦਾ ਹੈ। ਇਸ ਕਰਕੇ ਉਹਦਾ ਨਾਂ ਹੀ ਗਰੀਬ ਨਵਾਜਦਾ। ਜਿਨ੍ਹਾਂ ਦੀ ਹਿਰਦੇ ਦੀ ਗਰੀਬੀ ਹੈ, ਤੇ ਗੁਰੂ ਪਾਤਸ਼ਾਹ ਕਹਿੰਦੇ ਉਹਦਾ ਲਾਲ ਸ਼ਬਦ ਪਿਆਰ ਦਾ ਹੈ, ਇੰਨਾ ਪਿਆਰ ਕਰਦਾ ਹੈ। ਗੋਪਾਲ, ਗੋ ਕਹਿੰਦੀ ਹੈ ਧਰਤੀ ਨੂੰ, ਪਾਲ ਕਹਿੰਦੇ ਨੇ ਪਾਲਣ ਵਾਲਾ, ਧਰਤੀ ਨੂੰ ਪਾਲਣ ਵਾਲਾ, ਉਹਦਾ ਨਾਂ ਹੈ। ਗੋਬਿੰਦ, ਗੋਬਿੰਦ ਵੀ ਇਹੀ ਹੈ ਜਿਹੜਾ ਧਰਤੀ ਨੂੰ ਬਿੰਦਦਾ ਹੈ, ਧਰਤੀ ਨੂੰ ਪਾਲਦਾ ਹੈ। ਪ੍ਰਭ ਗਹਿਰ ਗੰਭੀਰ ਅਥਾ, ਗਹਿਰਾ ਹੈ, ਬੜਾ ਡੀਪ ਹੈ, ਬੜਾ ਡੂੰਘਾ ਹੈ। ਤੇ ਅੱਗੇ ਗੰਭੀਰ ਹੈ, ਬੜੇ ਹਿਰਦੇ, ਵਿਸ਼ਾਲ ਹਿਰਦੇ ਵਾਲਾ। ਗੰਭੀਰ ਹਿਰਦਾ ਹਰੇਕ ਕੋਲੇ ਨਹੀਂ ਹੁੰਦਾ। ਗੰਭੀਰ ਦਾ ਮਤਲਬ ਹੁੰਦਾ ਬੰਦਾ ਬੜਾ ਗਹਿਰਾ ਗਾ, ਗੰਭੀਰ ਸੁਭਾਅ ਵਾਲੇ ਬੜੇ ਮਿਲਦੇ ਨੇ। ਮਤਲਬ ਕੋਈ ਗੱਲ ਹੋ ਜੇ ਤੇ ਉਹਦੇ ਬਾਰੇ ਉਹਨੇ ਬੈਠ ਕੇ ਵਿਚਾਰ ਕਰਨੀ, ਐਵੇਂ ਨਹੀਂ ਸੁਣੀ ਨਹੀਂ ਤੇ ਬੜਾ 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 ਬੋਲਣਾ ਨਾ, ਬੜੇ ਅੰਦਰ ਹੀ ਅੰਦਰ ਬੈਠ ਕੇ ਗਹਿਰਾ ਸੁਭਾਅ ਦੇ ਵਿੱਚ ਸੋਚਣਾ, ਉਹਨੂੰ ਸਮਝਣਾ, ਫਿਰ ਬਤ ਕੇ ਸਹਿਜੇ ਜਿਹੇ ਜਵਾਬ ਦੇਣਾ। ਗੰਭੀਰਤਾ, ਵੱਡੇ ਵਿਸ਼ਾਲ ਹਿਰਦੇ ਵਾਲਾ ਵੀ ਨਿੱਕੀ ਜਿਹੀ ਗੱਲ ਤੇ ਐਵੇਂ ਨਹੀਂ ਭੜਕ ਜਾਂਦਾ। ਇਹ ਬਹੁਤ ਵੱਡਾ ਗੁਣ ਆ ਰੱਬ ਜੀ ਦਾ, ਗੰਭੀਰਤਾ। ਅਸੀਂ ਬੜੇ ਕਹਿੰਦੇ ਵੀ ਬੜਾ ਬੰਦਾ ਫਲਾਣਾ ਦਾ ਜੀ ਗੰਭੀਰ ਜਿਹਾ ਹੀ ਰਹਿੰਦਾ। ਉਹ ਗੰਭੀਰ ਦਾ ਮਤਲਬ ਕੋਈ ਗੁਣ ਹੈ, ਇਹ ਰੱਬੀ ਗੁਣ ਹੈ ਬਹੁਤ। ਰੱਬ ਵੀ ਬੜਾ ਗੰਭੀਰ ਹੈ। ਐਵੇਂ ਨਹੀਂ ਹੈਗਾ ਵੀ ਕਿਸੇ ਨੇ ਕਹਤਾ ਰੱਬ ਐਂ ਕਰ ਦੂ, ਕਹਿੰਦਾ ਚੱਕ ਲੈ ਫਿਰ ਤੈਨੂੰ ਐਂ ਕਰਤਾ। ਨਹੀਂ ਨਹੀਂ, ਐਵੇਂ ਨਹੀਂ ਰੱਬ ਨੂੰ। ਗਹਿਰਾ ਗੰਭੀਰ ਹੈ, ਅਥਾਹ, ਜਿਹਦੇ ਤੱਕ ਕੋਈ ਹੱਥ ਨਹੀਂ ਪਹੁੰਚਦਾ। ਹੁਣ ਇਹ ਸਾਰੇ ਗੁਣ ਕਿਹਦੇ ਨੇ? ਸਮੁੰਦਰ ਦੇ ਗੁਣ ਨੇ। ਅਥਾਹ ਹੁੰਦਾ ਹੈ, ਬੇਅੰਤ ਹੁੰਦਾ ਹੈ, ਗਹਿਰ ਹੁੰਦਾ ਹੈ, ਗੰਭੀਰ ਹੁੰਦਾ ਹੈ। ਅੱਗੇ ਕਹਿੰਦੇ ਦੂਸਰ ਨਾਹੀ ਅਵਰ ਕੋ, ਦੂਸਰ ਨਾਹੀ ਅਵਰ ਕੋ, ਹੋਰ ਕੋਈ ਦੂਜਾ ਨਹੀਂ ਹੈਗਾ। ਅਵਰ ਕੋ, ਅਵਰ ਕੋਈ, ਹੋਰ ਕੋਈ ਕੀ? ਨਾਨਕ ਬੇਪਰਵਾਹ। ਰੱਬ ਐਸਾ ਬੇਪਰਵਾਹ ਹੈ, ਉਹਦੇ ਕੋਲੇ ਪਰਵਾਹ ਕਿਸੇ ਦੀ ਨਹੀਂ ਹੈਗੀ, ਕੋਈ ਹੋਵੇ ਚਾਹੇ, ਬੇਪਰਵਾਹ ਹੈ। ਤੇ ਬਾਬਾ ਜੀ ਕਹਿੰਦੇ ਐਸਾ ਉਹ ਰੱਬ ਜੀ ਹੈ। ਤੇ ਜੇ ਰੱਬ ਦੇ ਇਹ ਗੁਣ ਐਸੇ ਬਿਆਨ ਕੀਤੇ ਨੇ ਨਾ, ਇਹਨਾਂ ਗੁਣਾਂ ਦੇ ਨਾਲ ਹੀ ਅਸੀਂ, ਬੰਦਾ ਨਾ ਕਹਿ ਦਿੰਦਾ ਜੀ ਦੇਖੋ ਕਿਸੇ ਦੇ ਨਾਲ ਬੜਿਆਂ ਦੀ ਤੁਲਨਾ ਕੀਤੀ। ਹੁਣੀ ਭਾਈ ਸਾਹਿਬ ਨੇ ਹੁਕਮਨਾਮਾ ਪੜ੍ਹਿਆ ਸੀਗਾ, ਸਨਕ ਸਨੰਦ ਮਹੇਸ਼ ਸੁਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੇ ਤੁੱਲ ਕੋਈ ਨਹੀਂ ਹੈ, ਬਰਾਬਰ ਕੋਈ ਨਹੀਂ, ਉਹ ਪਰਮੇਸ਼ਰ ਹੀ ਹੈ। ਉਸਨੇ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ, ਉਹਦੇ ਬਰਾਬਰ ਕੋਈ ਨਹੀਂ। ਅੱਗੇ ਕਹਿੰਦੇ ਪੌੜੀ ਵਿੱਚ ਲੱਲਾ ਤਾਂ ਕਹਿ ਲਵੇ ਨਾ ਕੋ। ਲਵੇ, ਲਵੇ ਹੋਣਾ ਨਾ ਬਿਲਕੁਲ ਸਾਡਾ ਮਲਵਈ ਸ਼ਬਦ ਹੈ, ਲਵੇ ਨੇੜੇ। ਆ ਕਹਿੰਦਾ ਮੇਰੇ ਲਵੇ ਨੂੰ ਹੋ ਜਾ। ਜੇ ਕਿਤੇ ਨਾ ਤੁਸੀਂ ਇਸ ਤਰ੍ਹਾਂ ਬੋਲ ਦੋ, ਕਈ ਵਾਰੀ ਮਾਝੇ ਵਾਲੇ ਕਹਿੰਦੇ ਲਵੇ ਕੀ ਹੁੰਦਾ? ਲਵੇ, ਉਹ ਕਹਿੰਦੇ ਅਗਾਂਹ ਹੋ, ਗਾੜੀ ਹੋ, ਕਈ ਸ਼ਬਦ ਬੋਲਦੇ ਨੇ, ਆਪਣੇ ਲਵੇ ਕਹਿੰਦੇ ਨੇ। ਉਹ ਲਵੇ ਦਾ ਮਤਲਬ ਨੇੜੇ ਜੇ ਹੋਣਾ। ਜਿਹੜਾ ਰੱਬ ਹੈ ਨਾ, ਪਰਮੇਸ਼ਰ ਹੈ, ਕਹਿੰਦੇ ਲੱਲਾ ਤਾਂ ਕੇ ਲਵੇ ਨਾ, ਉਹਦੇ ਲਵੇ ਕੋਈ ਵੀ ਨਹੀਂ ਹੈਗਾ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਹਦੇ ਤੱਕ ਪਹੁੰਚ ਹੀ ਕੋਈ ਨਹੀਂ ਹੈਗੀ। ਇੱਕ ਹੋਰ ਬੇਨਤੀ ਕਰਾਂ, ਉਹਦੇ ਤੱਕ ਪਹੁੰਚ ਛੱਡੋ, ਉਹਦੇ ਨਾਮ ਤੱਕ ਕਿਸੇ ਦੀ ਪਹੁੰਚ ਨਹੀਂ ਹੈਗੀ। ਆਪਾਂ ਕਈ ਵਾਰੀ ਪੜ੍ਹਦੇ ਨਾ, ਆਪਾਂ ਸੁਖਮਨੀ ਸਾਹਿਬ ਦਾ ਪਾਠ, ਜਾਪ, ਜਿੰਨੇ ਇਹ ਨਾਮ ਹੈ ਗਿਣਾਗਾ ਨਾ, ਜਿੰਨੇ ਨਾਮ ਨੇ ਇਹ ਸਾਰੇ ਨਾਮ ਨੇ, ਉਹ ਕਰਮ ਨੇ ਸਾਰੇ। ਜਿਵੇਂ ਜਾਪ ਕਰਨਾ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ
हौमे कर राती वर्त नेम करे बहु भाती, इन्ने काम ने नहीं तुल राम नाम विचार। केवल राम दे नाम दे विचार दे तुल भी नहीं है, बरोबर है ही नहीं, तोले नहीं जा सकते, डाउन एडा भारी है। नहीं तुल राम नाम विचार, ये बराबर है ही नहीं कुछ, वो नाम दे बराबर नहीं। नहीं तुल राम नाम विचार, नानक गुरमुख जपीए एक बारी, ओनली वन टाइम। आ है मतलब इन्नी ज़्यादा। हुण बंदा सारे यही काम करता, कोई कहता जी वर्त रख लो, नेम रख लो, पुण्य कर लो, दान कर लो, आ कर लो, जंगलों च वग जाओ, पुट्ठे लमक लो, सब कुछ ने। तुसीं उम्मीद करो गुरु पातशाह ने एक पंक्ति सारा करना, कितने समझ पाए जी, फिर तो गल ही कोई नहीं। असीं कहने जे मोणी ना बनी तो गड़बड़ हो जानी है, जे आ काम ना होया तो गड़बड़ हो जानी। बाबा जी कहते इन्ने काम होण, रब दा नाम ही कला होवे तो बहुत है, बस सच है। तुसीं कोई काम करो तो असीं कह दी वाहिगुरू तेरा शुक्र है, इन्ना ही बहुत है। भरोसा होवे ना, मैं कल भी सवेरे भी कह रहा सीगा, ये यकीन होवे इस चीज़ का भी जिहदे नाल मैं गल कर रहा तो वो नाल है ना। फिर ये विश्वास तो जिंदगी चलती है, वे संतोख रहिंदा है, पहले परवाह ही कोई नहीं हैगी। जो मुख तो कहने वाहिगुरू, बस ਇਹਦੀ ਤਾਕਤ ਨੂੰ ਅਸੀਂ ਇਹਦੀ ਤਾਕਤ ਨੂੰ ਬੜਾ, ਮਾਫੀ ਚਾਹਾਂਗਾ, ਬੜਾ ਛੋਟਾ ਸਮਝ ਲਓ ਵੀ ਠੀਕ ਆ ਕਹਿ ਦਿੱਤਾ। ਵਾਹਿਗੁਰੂ ਸ਼ਬਦ ਕਿਹਾ ਹੋਰ ਗੱਲ ਹੈ, ਵਾਹਿਗੁਰੂ ਜਿਹਦੇ ਲਈ ਵਰਤਿਆ ਹੋਰ ਗੱਲ ਹੈ। ਉਹਦੀ ਯਾਦ ਕਰਕੇ ਜਦੋਂ ਤੁਸੀਂ ਉਹਨੂੰ ਯਾਦ ਕਰਦੇ ਹੋ, ਐਵੇਂ ਕਹਿੰਦੇ ਵਾਹਿਗੁਰੂ, ਫਿਰ ਕਹਿੰਦੇ ਹੋ, ਫਿਰ ਬੜਾ ਆਨੰਦ ਆਉਂਦਾ ਹੈ। ਵਾਹਿਗੁਰੂ ਵਾਹਿਗੁਰੂ ਫਿਰ ਜ਼ਬਾਨ ਕਹਿੰਦੀ ਹੈ। ਆ ਸਾਨੂੰ ਤਾਂ ਰੋਜ਼ ਸਿਖਾਉਂਦੇ ਨੇ, ਸਾਡੀ ਰੋਜ਼ ਕਲਾਸ ਨਹੀਂ ਲੱਗਦੀ ਸਵੇਰੇ ਅਰਦਾਸ ਵਿੱਚ, ध्यान धर के बोलो जी। ध्यान किते धरीए, मतलब मैं अखा मिची खरा, ध्यान मेरा किते होर, ध्यान नहीं ना उहदे च हैगा, एवें नहीं हैगा। एवें ध्यान धरो भी मान लो सिर ते आरा रखिया होया, आरा एवें एवें चल रहा, तो जिहड़ा सिख बैठा है तो आरा फिर रहा, आ गया तुहाडी सुरत दे विच ध्यान च। तो जदों ध्यान च आ गई फिर जुबान की कहू वाहिगुरू वाहिगुरू, अंदरों कहेगा, वो रियलाइजेशन चो बाहर आएगा वाहिगुरू। वो ध्यान धरिया गया, ध्यान च आ गया भी हद इन्नी ज़्यादा कमाई, फिर जिहड़ा वाहिगुरू कहना है वो सफल है। शब्द की ताकत कहण विच नहीं, माफी चाहूँगा, उहदी रियलाइजेशन च है शब्द ताकत। बस यही है ना, किसी का कोई रिश्तेदार अफसर है, वो होवे, पर जो याद है ना भी मैनू की परवाह हैगा, मेरा रिश्तेदार, बस आ चीज़ आ चीज़ है वड्डी गल हैगा मेरे नाल, बस मैं तो जदी कही देना। यही विश्वास है भी कोई गल नहीं, जो मर्जी हो जाए, हैगा मेरे नाल। कौन? सो सतगुर प्यारा मेरे, सो सतगुर प्यारा मेरे, सो सतगुर प्यारा मेरे, सो सतगुर प्यारा। ये है साडी बिल पावर। अच्छा जिहड़े पंज ने साडे, वो सानू डाउन करते हैं, उन्होंने जोर लग जाता थल्ले खिच्चण नूं। असीं बथेरा कहने भी रब दा जिहड़े नाल है, फिर सानू कोई चिंता सताउंदी है। क्यों? क्योंकि साडा दोष नहीं हैगा, क्योंकि पंज नाल हैगे ने अजे। वो सानू डाउन करन ते उन्हों का काम ही ये है, उन्हें डाउन करना भी ये ना समझ लवे भी ये कितने नेड़े हो जाए, यही तो है। पर जिस दिन फिर ये पंज काबू हो जाते, फिर नहीं परवाह, मन फिर परे हो जाए, बस पंच दूत तुद, फिर तो ही नहीं, फिर तो परवाह ही कोई नहीं है। ये जब मैं कल असीं कहते सी भी ये पंज साधे ने, साध ले, पंच दुष्ट लै साधे, साधे हुए ने, साध गए। साधना हुंदा ना कि पंजाबी च असीं हुण इहनूं साधे शब्द तो सोधना, साध तो सोध, सोध तो शुद्ध, सही शब्द है शुद्ध, शुद्ध तो बन गया साध, साध लिया शरीर नूं, साध तो बन गया सोधा ला दूँ मैं तेरे, भांडे सोध दो, साडी पंजाबी है ना सोधना। इस तरह वो की है, पंच दुष्ट लै साधे, साध ले तां हुण ये मैनूं पिछे नूं नहीं खिचदे, सगों पुश करते हैं, मैनूं अगे नूं ले जांदे ने, ताकत करते हैं। मैं एक छोटी जी बरीक जी गल कहण लग्या, जिहड़े ने साडे अंदर ये चीज़ां ने, यही चीज़ां पहलां सानूं पिछे नूं खिचदियां ने।
ਪਰ ਜਦੋਂ ਅਸੀਂ ਇਹਨਾਂ ਦੇ ਨਾਲ ਹੋ ਜਾਂਦੇ, ਇਹ ਸਾਨੂੰ ਫਿਰ ਪੁਸ਼ ਕਰਦੀਆਂ, ਫਿਰ ਅੱਗੇ ਲਿਜਾਂਦੀਆਂ ਨੇ ਉਸੇ ਹੀ ਚੀਜ਼ 'ਤੇ ਸਾਡਾ। ਪਰ ਇਹ ਜਦੋਂ ਸਾਡੇ ਕੋਲ ਨਾਮ ਅਭਿਆਸ ਹੁੰਦਾ ਉਦੋਂ ਹੀ ਪੁਸ਼ ਕਰਦੇ ਨੇ, ਇਹੀ ਪੁਸ਼ ਕਰਦੇ ਨੇ। ਚਾਹੇ ਉਹ ਸਾਡੀ ਵਾਸ਼ਨਾ ਹੈ, ਚਾਹੇ ਸਾਡੇ ਅੰਦਰ ਲਾਲਚ ਹੈ। ਲਾਲਚ ਨਹੀਂ, ਲਾਲਚ ਮਾੜਾ ਹੁੰਦਾ ਕਿ ਚੰਗਾ? ਬੋਲੋ, ਮਾੜਾ ਕਿ ਚੰਗਾ? ਮਾੜਾ ਨਾ। ਸਾਰਿਆਂ ਨੇ ਕਹਿਤਾ ਆਪਾਂ ਫਸ ਜਾਣਾ ਹੁਣ। ਲਾਲਚ ਕਿੱਥੇ ਹੋਵੇ? ਆ ਲਓ ਹੁਣ ਹੀ ਮੰਨ ਜਾਓਗੇ ਤੁਸੀਂ ਲਾਗੇ ਸਿਮਰਨ ਕਰਨ, ਮਨ 'ਚ ਲਾਲਚ ਆ ਗਿਆ ਵੀ ਚਲੋ 10 ਮਿੰਟ ਹੋਰ ਕਰ ਲਓ। ਲਾਲਚ ਹੀ ਕਰਿਆ ਨਾ, 10 ਮਿੰਟ ਹੋਰ ਬਹਿ ਜਾਓ। ਕਬੀਰ ਲੂਟਣਾ ਹੈ ਤੋ ਲੂਟ ਲੈ, ਕੀ ਰਾਮ ਨਾਮ ਹੈ ਲੂਟ ਲਓ। ਇੱਥੇ ਕੋਈ ਲੁੱਟਦਾ ਵੀ, ਲੁੱਟਣ ਪੈ ਨਹੀਂ ਰਹੀ ਮੇਰੇ ਖਿਆਲ ਅੱਜ ਸਵੇਰ ਦੀ ਲੱਗੇ ਹੋਏ ਨੇ, ਲੁੱਟ ਪੈ ਰਹੀ ਹੈ ਮੰਡੀ 'ਚ। 100 ਰੁਪਏ ਨੂੰ ਲੁੱਟ ਲਓ, ਚੱਕ ਲਓ, ਹੋ ਰਿਹਾ ਨਾ। ਕੀ ਹੈ ਤੇ ਮਗਰ ਦੱਸੋ? ਜਿਹੜੀ ਚੀਜ਼ 300 ਦੀ ਸੀ 100 ਦੀ ਲਿਆਂਦੀ, ਲੁੱਟ ਹੀ ਹੈ ਨਾ। ਲਾਲਚ, ਇਹ ਲਾਲਚ ਦੇਖੋ, ਇਹਨੂੰ ਐ ਸਮਝ ਲਓ, ਐ ਨਾ ਸਮਝ ਲੈਣਾ ਮਾੜਾ ਗਾ। ਮਤਲਬ ਕੀ ਆ? ਦੌੜਦੇ ਆ। ਹੁਣ ਇਸੇ ਤਰ੍ਹਾਂ ਇਹ ਹੋਵੇ, ਜੇ ਕਿਤੇ ਕਿਸੇ ਦੇ ਘਰੇ ਪਾਠ ਹੁੰਦਾ ਵੀ, ਆਪਾਂ ਕਿਤੇ ਗੁਆਂਢੀਆਂ ਦੇ ਲੈ ਸਾਨੂੰ ਕਿਹੜਾ ਸੱਦਿਆ ਜੀ, ਅਸੀਂ ਐਵੇਂ ਵਗ ਜੀ। ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਘਰੇ ਬੈਠੇ ਨੇ, ਸਾਨੂੰ ਸੱਦਣਗੇ ਹਾਲੇ ਤਾਂ ਜਾਵਾਂਗੇ। ਸਾਡਾ ਤਾਂ ਜੇ ਕੋਈ ਸੰਬੰਧੀ ਰਿਸ਼ਤੇਦਾਰ ਜਿਹਦੇ ਨਾਲ ਬਣਦੀ ਨਾ ਹੋਵੇ, ਉਹ ਪਾਠ ਕਰ ਲੈ। ਜੇ ਕਿਤੇ ਮੁਆੜਾ ਲੈ ਸਾਨੂੰ ਚੱਜ ਨਾਲ ਤਾਂ ਗਿਆ ਨਹੀਂ, ਅਸੀਂ ਨਹੀਂ ਜਾਂਦੇ। ਉਹਨੂੰ ਪੈਸੇ ਗੁਰੂ ਗ੍ਰੰਥ ਸਾਹਿਬ ਤਾਂ ਚਲੇ ਗਿਆ, ਤੂੰ ਕੀ ਹਸਤੀ ਹੈਗਾ? ਲੂਟਣਾ ਕੀ ਹੈ? ਲੁੱਟ। ਕਬੀਰ ਲੂਟਣਾ ਹੈ ਤੋ ਲੁੱਟ ਲੈ ਕਹਿੰਦੇ, ਰਾਮ ਨਾਮ ਹੈ ਲੂਟ। ਇਹ ਸਮਾਂ ਲੁੱਟਣ ਦਾ ਹੈ, ਰਾਮ ਦਾ ਨਾਮ। ਫਿਰ ਪਾਛੇ ਪਛਤਾਓਗੇ ਕਦੋਂ? ਜਬ ਪ੍ਰਾਣ ਜਾਏਂਗੇ ਛੂਟ। ਤੇਰੇ ਕੋਲ ਲੁੱਟਣ ਵਾਸਤੇ ਟਾਈਮ ਹੀ ਰਹਿਣਾ। ਜੇ 26 ਜਨਵਰੀ ਲੰਘੀ ਫੇਰ ਨਹੀਂ ਲੁੱਟਣਾ। ਮੈਨੂੰ ਪਤਾ ਨਹੀਂ ਸੀਗਾ, ਪਿਛਲੇ ਸਾਲ ਮੈਨੂੰ ਕਹਿੰਦੇ ਬੜਾ ਸਮਾਨ ਸਸਤਾ ਮਿਲਦਾ। 27 ਤਰੀਕ ਨੂੰ ਮੈਂ ਆਪਦੇ ਪਰਿਵਾਰ ਨੂੰ, ਘਰਦਿਆਂ ਨੂੰ ਕਹਿੰਦਾ ਵੀ ਆ ਜਾਓ, ਬਹੁਤ ਬੜਾ ਕੁਝ ਸਸਤਾ ਪੈਂਦਾ। ਸਾਡੇ ਘਰ ਦੇ ਇੱਥੇ ਆ ਗਏ ਭਾਈ, ਸਾਰੀ ਦਿਹਾੜੀ ਫਿਰਦੇ ਰਹੇ। 3-4 ਵਜੇ ਮੈਨੂੰ ਕਹਿੰਦੇ ਅੱਜ ਤੋਂ ਬਾਅਦ ਸਾਨੂੰ ਨਾ ਕਿਉਂ ਵੀ 26 ਜਨਵਰੀ ਨੂੰ ਇੱਥੇ ਆਉਣਾ। ਮੈਂ ਕਿਹਾ ਉਹ ਕਿਉਂ? ਕਹਿੰਦੇ ਸਵੇਰ ਦੇ ਫਿਰਦੇ ਆ, ਕੁਛ ਨਹੀਂ ਇੱਥੇ ਦਾ ਮਿਲ ਰਿਹਾ ਹੈਗਾ। ਲੁੱਟ ਕਾਹਦੀ ਹੈ? ਇਹ ਤਾਂ ਸਮਾਂ ਗਿਆ, ਲੰਘ ਗਿਆ ਜਿਹੜਾ ਲੰਘਣਾ ਸੀਗਾ। ਸੰਤੁਸ਼ਟੀ ਇਹ ਚੀਜ਼ ਦੀ ਹੈ ਬਸ। ਗੁਰੂ ਪਾਤਸ਼ਾਹ ਇਹ ਕਹਿੰਦੇ ਨੇ, ਜੇ ਲੁੱਟਣਾ ਹੀ ਹੈ, ਇਕੱਠਾ ਕਰਨਾ, ਲਾਲਚ ਹੈ, ਇਸ ਚੀਜ਼ ਦਾ ਕਰ ਜਿਹੜੀ ਚੰਗੀ ਹੈ। ਲਾਲਚ ਹੈ, ਮੈਂ ਤਾਂ ਜੀ 5 ਬਾਣੀਆਂ ਪੱਕੀਆਂ ਪੜ੍ਹਦਾ, ਲਾਲਚ ਆ ਜੇ 6ਵੀਂ ਪੜ੍ਹਦਾ। ਲਾਲਚ ਮਤਲਬ ਇਹ ਚੀਜ਼, ਇਹ ਲਾਲਚ ਕੀ ਹੈ? ਮਾੜਾ ਨਹੀਂ। ਕਿਵੇਂ ਦਾ ਲਾਲਚ ਹੋਵੇ? ਇਹ ਮੋਹ। ਹੁਣ ਕੰਮ ਕਰਨ ਲੱਗ ਗਿਆ ਲਾਲਚ, ਇੱਧਰ ਨੂੰ ਕਰ ਰਿਹਾ ਹੈਗਾ। ਮੋਹ ਹੋਣਾ ਚਾਹੀਦਾ ਹੈ, ਮੋਹ ਹੋਣਾ ਚਾਹੀਦਾ, ਪਰ ਪਰਮੇਸ਼ਰ ਦੇ ਨਾਲ। ਤੇ ਗੁਰੂ ਪਾਤਸ਼ਾਹ ਕਹਿੰਦੇ, ਲੱਲਾ ਤਾਂ ਕੇ ਲਵੇ ਨਾ ਕੋਊ, ਏਕੇ ਆਪ ਅਵਰ ਨਹੀਂ ਕੋਊ। ਇੱਕੋ ਆਪ ਹੀ, ਹੋਰ ਕੋਈ ਨਹੀਂ ਹੈਗਾ। ਇਹ ਉਹ ਤੋਂ ਬਿਨਾਂ ਕੋਈ ਹੋਰ ਨਹੀਂ ਹੈਗਾ। ਹੋਵਣਹਾਰ ਹੋਤ ਸਦ ਆਇਆ, ਉਹ ਤਾਂ ਸਦਾ ਹੀ ਹੋ ਰਿਹਾ, ਆਲਵੇਜ਼, ਹਮੇਸ਼ਾ ਹੀ ਹੁੰਦਾ ਹੀ ਆ ਰਿਹਾ। ਉਹ ਕਿਤੇ ਬੰਦ ਥੋੜ੍ਹੀ ਹੋਣਾ ਵੀ ਕੱਲ੍ਹ ਤੋਂ ਬੰਦ ਹੋ ਜਾਏਗਾ ਉਹਦਾ, ਨਾ। ਉਹਦੀ ਕਲਾ ਤਾਂ ਹੋਂਦ, ਉਹਦੀ ਤਾਂ ਵਰਤ ਰਹੀ ਹੈ। ਦੁਨੀਆ ਆਈ ਜਾ ਰਹੀ ਹੈ, ਉਹਦੀ ਹੋਂਦ ਚੱਲ ਰਹੀ ਹੈ। ਸਰਕਾਰ ਕਹਿੰਦੇ, ਊਆਂ ਕਾ ਅੰਤ ਨਾ ਕਾਹੂੰ ਪਾਇਆ। ਉਹਦਾ ਕੋਈ ਅੰਤ ਪਾ ਸਕਦਾ? ਕਿੰਨੀਆਂ ਮੱਛੀਆਂ ਜੰਮਦੀਆਂ ਨੇ ਤੇ ਕਿੰਨੀਆਂ ਮਰਦੀਆਂ ਨੇ। ਕਿੰਨਾ ਸਮੁੰਦਰ 'ਚ ਕੀ ਕੁਛ ਆਉਂਦਾ ਤੇ ਕੀ ਕੁਛ ਜਾਂਦਾ। ਸਮੁੰਦਰ ਤਾਂ ਉੱਥੇ ਹੀ ਰਹਿੰਦਾ ਹੈ, ਭਾਵੇਂ 1000 ਜਹਾਜ਼ ਇੱਧਰ ਨੂੰ ਲੰਘ ਜੇ, 1000 ਇੱਧਰ ਨੂੰ ਲੰਘ ਜੇ, ਸਮੁੰਦਰ ਤਾਂ ਉੱਥੇ ਹੀ। ਅਸਮਾਨ ਤਾਂ ਇੱਥੇ ਹੀ ਰਹਿਣਾ, ਦੁਨੀਆ ਘੁੰਮਦੀ ਰਹਿੰਦੀ ਹੈ ਸਾਰਾ। ਸਰਕਾਰ ਕਹਿੰਦੇ, ਊਆਂ ਕਾ ਅੰਤ, ਉਹਦਾ ਕੋਈ ਅੰਤ ਨਹੀਂ ਪਸਦਾ। ਨਾ ਮੱਛੀ, ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਾ, ਮੈਂ ਕੀ ਅੰਤ ਲੈ ਸਕਦਾ। ਐਡਾ ਬੜਾ ਥਾਹ ਅਗੰਮ, ਕਿਉਂਕਿ ਸ਼ਲੋਕ ਵਿੱਚ ਇਹ ਗੱਲ ਕਹਿ ਗਏ, ਉੱਚਾ ਅਗਮਾ ਪਾਰ ਪ੍ਰਭ ਕਥਨ ਨਾ ਜਾਇਆ ਕਥ, ਨਾਨਕ ਪ੍ਰਭ ਸ਼ਰਨਾਗਤੀ ਰਾਖਣ ਕੋ ਸਮਰੱਥ। ਰੱਬ ਦੇ ਦਾਅਵੇ ਕਰਦੇ ਨੇ। ਬਾਬਾ ਨਾਨਕ ਕਹਿੰਦਾ, ਮੈਂ ਦੱਸ ਹੀ ਨਹੀਂ ਸਕਦਾ, ਮੈਂ ਤਾਂ ਉਹਦੀ ਵਿਚਾਰ ਵੀ ਨਹੀਂ ਕਰ ਸਕਦਾ। ਜਪਜੀ ਸਾਹਿਬ ਦੇ ਵਿੱਚ ਕਹਿੰਦੇ, ਵਾਰਿਆ ਨਾ ਜਾਵਾ ਇੱਕ ਵਾਰ, ਮੈਂ ਤਾਂ ਇੱਕ ਵਾਰ ਵੀ ਉਹ ਤੋਂ ਬਾਹਰ ਨਹੀਂ ਜਾ ਸਕਦਾ। ਲੋਕ ਕਹਿੰਦੇ ਮੈਂ ਰੱਬ ਨੂੰ ਦਿਖਾ ਦਿੰਦਾ। ਮਤਲਬ ਕੀ ਹੈ? ਆਪਣੀ ਹੋਂਦ ਅੱਗੇ ਕਰਨੀ ਨਹੀਂ, ਰੱਬ ਦੀ ਹੋਂਦ ਅੱਗੇ ਰੱਖਣੀ। ਉਹ ਸਦਾ ਹੀ ਹੋਵਣਹਾਰ ਹੈ। ਮਹਾਰਾਜ ਕਹਿੰਦੇ, ਕੀਟ ਹਸਤ ਮੈਂ ਪੂਰ ਸਮਾਨੇ। ਕੀਟ ਹਸਤ, ਕੀੜੀ ਤੇ ਹਾਥੀ ਦੇ ਵਿੱਚ ਪੂਰਨ ਰੂਪ ਵਿੱਚ ਹੈ। ਮੈਂ ਉਸ ਦਿਨ ਵੀ ਕਈ ਵਾਰੀ ਜ਼ਿਕਰ ਕੀਤਾ ਹੁੰਦਾ, ਕਦੇ ਹੈਰਾਨ ਹੋਵੋਗੇ।
ਜਦੋਂ ਸਰੀਰ ਕੀੜੀ ਦਾ ਡਿੱਗ ਜੇ ਮਰ ਜੇ ਕੀੜੀ, ਤੇ ਜਦੋਂ ਹੀ ਹਾਥੀ ਗਿਰ ਜੇ ਕੀ ਨਿਕਲਦਾ ਵਿੱਚ? ਦੋਨਾਂ ਸਰੀਰ ਤਾਂ ਉੱਥੇ ਹੁੰਦੇ ਨੇ। ਕਿਹੜੀ ਚੀਜ਼ ਕਿੰਨੀ ਸੀਗੀ ਵੀ ਹਾਥੀ 'ਚ ਜਾਨ ਵੱਧ ਹੈ, ਜਿਹੜੀ ਰੱਬ ਦੀ ਜੋਤ ਵੱਧ ਹੈ, ਕੀੜੀ 'ਚ ਥੋੜ੍ਹੀ ਹੈ, ਇੱਕੋ ਹੀ ਹੈ। ਉਹ 'ਚ ਕੋਈ ਫਰਕ ਨਹੀਂ ਹੈਗਾ। ਸਰੀਰ ਦੀ ਮਿੱਟੀ 'ਚ ਫਰਕ ਹੈ, ਉਹਦੀ ਮਿੱਟੀ ਜ਼ਿਆਦਾ ਲੱਗ ਗਈ, ਉਹ ਤੇ ਕਿਸੇ ਦੇ ਵੱਧ ਲੱਗ ਗਈ, ਕਿਸੇ ਘੱਟ ਲੱਗ ਗਈ, ਇਹਦਾ ਕੀ ਫਰਕ ਪੈਂਦਾ? ਤਾਂ ਕਹਿੰਦੇ ਨੇ ਕੀਟ ਹਸਤ ਮੈਂ ਪੂਰ ਸਮਾਨੇ, ਪੂਰਾ ਸਮਾ ਰਿਹਾ। ਕੀੜੀ 'ਚ ਵੀ ਪੂਰਾ ਹੈ, ਹਾਥੀ 'ਚ ਵੀ ਪੂਰਾ ਹੈ, ਪੂਰੇ ਹੀ ਸਮਾਇਆ ਹੋਇਆ। ਅੱਗੇ ਕਹਿੰਦੇ ਪ੍ਰਗਟ ਪੁਰਖ ਸਭ ਠਾਊ ਜਾਣੇ। ਉਹ ਪ੍ਰਗਟ ਪੁਰਖ ਹੈ, ਹਰੇਕ ਥਾਂ ਦੇ ਵਿੱਚ ਜਾਣਿਆ ਜਾਂਦਾ, ਹਰੇਕ ਥਾਂ ਦੇ ਵਿੱਚ ਰਹਿੰਦਾ ਹੈ। ਤੇ ਗੁਰੂ ਪਾਤਸ਼ਾਹ ਜੀ ਲਾਸਟ ਪੰਕਤੀਆਂ 'ਚ ਕਹਿੰਦੇ ਜਾਂ ਕੋ ਦੀਨੋ ਹਰ ਰਸ ਆਪਣਾ। ਹਾਂ ਬਾਬਾ ਜੀ ਕਹਿੰਦੇ ਜਿਸ ਨੂੰ ਆਪਣਾ ਰਸ ਦੇ ਦੇ ਨਾ, ਰਸ ਆਉਣ ਲੱਗ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜਾਂ ਕੋ ਦੀਨੋ ਹਰ ਰਸ ਆਪਣਾ, ਨਾਨਕ ਗੁਰਮੁਖ ਤੈ ਹਰ ਹਰ ਤਹਿ ਜਪਣਾ। ਜਿਹਨੂੰ ਇਹ ਰਸ ਆਉਣ ਲੱਗ ਜੇ ਉਹ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਂਦਾ, ਨਹੀਂ ਤਾਂ ਬਸ ਸਾਰਾ ਸੰਸਾਰ ਹੈ ਨਹੀਂ ਹੈ। ਆਹ ਹੈ ਮੇਨ ਰਸ ਆਉਣ ਲੱਗ ਜਾਏ, ਸ਼ਬਦ ਦਾ ਰਸ ਆਉਣ ਲੱਗ ਜਾਏ, ਬਾਣੀ ਦਾ ਰਸ ਆਉਣ ਲੱਗ ਜਾਏ। ਜਿਹੜਾ ਇਹ ਰਸ ਹੈ ਉਹ ਦੇ ਦਿੰਦਾ ਉਹਨੂੰ ਵੀ ਆ ਲੈ ਭਾਈ ਆ ਲੈ। ਜਿਹਨੂੰ ਸੰਸਾਰ ਦਾ ਰਸ ਆਉਂਦਾ ਹੈ ਸੰਸਾਰ 'ਚ ਲੱਗਿਆ ਰਹਿੰਦਾ ਹੈ। ਇਸ ਲਈ ਗੁਰੂ ਬਾਬਾ ਜੀ ਕਹਿੰਦੇ ਨੇ ਨਾਨਕ ਗੁਰਮੁਖ ਤੈ ਹਰ ਹਰ ਤਹਿ ਜਾਣਾ। ਉਹ ਹਰੀ ਹਰੀ ਨੂੰ ਜਾਣ ਲੈਂਦੇ ਨੇ, ਜਿਨ੍ਹਾਂ 'ਤੇ ਉਹਦੀ ਕਿਰਪਾ ਹੁੰਦੀ ਹੈ, ਉਹ ਬੇਅੰਤ ਪ੍ਰਮਾਤਮਾ ਦੀ।